सतगुर की सेवा सफल है, सतगुर की सेवा सफल है, सतगुर की सेवा सफल है, सतगुर की सेवा सफल है। जे को करे जितलाए, जे को करे जितलाए, सेवा सफल है, सफल है। सतगुर की सेवा सफल है, सतगुर की सेवा सफल है, सतगुर की सेवा सफल है, सतगुर की सेवा सफल है। मन चिंदिया फल पावना, हों मैं विचों हो जाए, मन चिंदिया फल पावना, हों मैं विचों हो जाए। गुरु ਸਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਹਿਲਾਂ ਸਵਾਲ ਜਵਾਬ ਪਹਿਲਾਂ ਕਰ ਲਈਏ, ਉਦੋਂ ਬਾਅਦ ਫਿਰ ਆਪਾਂ ਅਕਾਲ ਤਖਤ ਬਾਰੇ ਜੋ ਵਿਚਾਰ ਨੇ, ਜੋ ਹਿਸਟਰੀ ਆ ਅਕਾਲ ਤਖਤ ਸਾਹਿਬ ਦੀ, ਉਹਨੂੰ ਆਪਾਂ ਵਿਚਾਰ ਕਰਾਂਗੇ। ਤੋ ਖਾਲਸਾ ਵਾਹਿਗੁਰੂ। ਮੈਂ ਕਹਿਣਾ ਚਾਹੁੰਦੀ ਸੀ ਕਿ ਤੁਸੀਂ ਸਾਨੂੰ ਅਕਾਲ ਤਖਤ ਸਾਹਿਬ ਦੇ ਮਰਿਆਦਾ ਬਾਰੇ ਤੁਸੀਂ ਗੱਲ ਕਰ ਸਕਦੇ ਹੋ। ਜ਼ਿਕਰ ਕੀਤਾ ਕਿ ਅਕਾਲ ਤਖਤ ਸਾਹਿਬ ਤੋਂ ਅਜੇ ਤੱਕ ਕੋਈ ਵੀ ਮਰਿਆਦਾ ਸਟੈਂਪ ਲੱਗ ਕੇ ਪਾਸ ਨਹੀਂ ਹੋਈ। ਕੋਈ ਵੀ ਮਰਿਆਦਾ ਅਕਾਲ ਤਖਤ ਤੋਂ ਸਟੈਂਪ ਲੱਗ ਕੇ ਪਾਸ ਨਹੀਂ ਹੋਈ ਜਿਹਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਮੋਹਰ ਲੱਗੀ ਹੋਵੇ। ਇਹ ਜਿਹੜੀ ਕੱਲ੍ਹ ਸਤਨਾਮ ਸਿੰਘ ਹੋਣਾ ਨੇ ਬੜੇ ਵਿਸਥਾਰ ਨਾਲ ਦੱਸਿਆ ਸੀ ਕਿ ਇੰਨੇ ਉਹਦੇ ਵਿੱਚ ਬੁੱਧੀਜੀਵੀ, ਇੰਨੇ ਸੰਤ ਮਹਾਤਮਾ, ਇੰਨੇ ਦਾਨਸ਼ਵਰ ਬੈਠ ਕੇ ਉਹਨਾਂ ਨੇ ਇੱਕ ਖਰੜਾ ਤਿਆਰ ਕੀਤਾ। ਉਹਦਾ ਨਾਂ ਸੀ ਰਹਿਤ ਮਰਿਆਦਾ ਦਾ ਖਰੜਾ। ਤੋ ਉਹ ਖਰੜਾ ਤਿਆਰ ਕੀਤਾ ਸੀ, ਖਾਲਸਾ ਰਹਿਤ ਮਰਿਆਦਾ ਦਾ ਖਰੜਾ ਇਹਦਾ ਸਿਰਲੇਖ ਸੀ। ਪਰ ਉਹ ਜਦੋਂ 1933 ਦੇ ਵਿੱਚ ਉਹਨੂੰ ਇੱਕ ਮੀਟਿੰਗ ਕਰਕੇ ਅਕਾਲ ਤਖਤ 'ਤੇ ਪ੍ਰਵਾਨਗੀ ਦੇਣ ਲਈ ਲਿਆਂਦਾ ਗਿਆ। ਅਤੇ ਉਦੋਂ 1933 'ਚ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਦੀ ਅਗਵਾਈ 'ਚ ਪ੍ਰਧਾਨਗੀ 'ਚ ਮੀਟਿੰਗ ਹੋਈ। ਪਰ ਜਿਹੜਾ ਉਹਦਾ ਇਤਿਹਾਸ ਹੈ ਮੀਟਿੰਗ ਦਾ, ਉਹ ਸ਼੍ਰੋਮਣੀ ਸਾਰੇ ਮਤੇ ਦਰਜ ਨੇ। ਅਤੇ ਤੁਸੀਂ ਉਹ ਕਿਤੇ ਵੀ ਉਹ ਕਿਤਾਬ ਦੇ ਵਿੱਚੋਂ 1930 ਤੋਂ ਲੈ ਕੇ 46 ਤੱਕ ਇਹ ਮਰਿਆਦਾ ਦਾ ਝਗੜਾ ਪੈਂਦਾ ਰਿਹਾ। 1933 ਵਿੱਚ ਮੀਟਿੰਗ ਹੋਈ। ਤਾਂ ਮੀਟਿੰਗ ਦਾ ਇਤਿਹਾਸ ਇਹ ਹੈ ਕਿ 2 ਦਿਨਾਂ ਦੀ ਗਰਮਾ ਗਰਮ ਬਹਿਸ ਤੇ ਗੰਭੀਰ ਮਤਭੇਦ ਪੈਦਾ ਹੋਣ ਉਪਰੰਤ ਅਨਿਸ਼ਚਿਤ ਕਾਲ ਲਈ ਇਸ ਮੀਟਿੰਗ ਮੁਲਤਵੀ ਕਰ ਦਿੱਤੀ ਗਈ। ਉਦੋਂ ਬਾਅਦ ਅੱਜ ਤੱਕ ਨਹੀਂ ਹੋਈ। ਪਰ ਇਹ ਕਮੇਟੀ ਵਾਲਿਆਂ ਨੇ ਇਹ ਅਕਾਲ ਤਖਤ ਦੀ ਮਰਿਆਦਾ ਕਹਿ ਕੇ ਪ੍ਰਚਾਰ ਕੇ ਇੱਕ ਉਹ ਪੰਫਲੇਟ ਜਿਹੜਾ ਸਾਨੂੰ ਉਹ ਮਰਿਆਦਾ ਦਾ ਦੇਈ ਜਾਂਦੇ ਆ, ਉਹਦੇ ਵਿੱਚ ਬਣੀਆਂ ਊਣਤਾਈਆਂ ਨੇ ਜਿਹੜੀਆਂ ਕਲੀਅਰ ਹੋਣੀਆਂ ਚਾਹੀਦੀਆਂ ਹੈ ਨਹੀਂ। ਹੁਣ ਕਰੋ ਸਵਾਲ। ਗੋਲਕ ਦੇ ਵਿੱਚ ਪੈਸੇ ਪਾਉਂਦੇ ਤੇ ਉਹ ਪੈਸੇ ਦਾ ਬਚ ਕੀ ਕਰਦੇ? ਇਹ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਸ਼ੁਰੂ ਤੋਂ ਦਸਵੰਧ ਦੀ ਪ੍ਰਥਾ ਚੱਲੀ ਸਾਡੀ ਸਿੱਖ ਕੌਮ ਦੇ ਵਿੱਚ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਚਲਾਈ ਸੀ ਕਿ ਸਾਡੇ ਕੌਮੀ ਕਾਰਜ ਇਸ ਪੈਸੇ ਤੋਂ ਹੋਣ। ਕੌਮੀ ਕਾਰਜ ਤੋਂ ਭਾਵ ਹੈ ਕਿ ਕੋਈ ਬਜ਼ੁਰਗ ਨੇ, ਉਹਨਾਂ ਦਾ ਕੋਈ ਬੱਚਾ ਉਹਨਾਂ ਦੀ ਸੇਵਾ ਨਹੀਂ ਕਰ ਸਕਦਾ ਅਤੇ ਉਹਨਾਂ ਨੂੰ ਆਸ਼ਰਮ ਮਿਲੇ, ਗੁਰਦੁਆਰੇ ਵਿੱਚ ਆ ਕੇ ਉਹਨਾਂ ਦਾ ਦੇਖਭਾਲ ਹੋਵੇ, ਪ੍ਰਸ਼ਾਦਾ ਮਿਲੇ, ਉਹਨਾਂ ਦਾ ਨਹਾਉਣ ਧੋਣ ਦਾ ਇੰਤਜ਼ਾਮ ਹੋਵੇ। ਜੇ ਕੋਈ ਬੀਬੀ ਵਿਧਵਾ ਹੋ ਗਈ ਆ, ਉਹਨੂੰ ਕੋਈ ਸੰਭਾਲਣ ਵਾਲਾ ਨਹੀਂ, ਉਹਦੇ ਲਈ ਇੱਕ ਗੁਰਦੁਆਰਾ ਕਿਲ੍ਹਾ ਹੋਵੇ ਜਿਹਦੇ ਵਿੱਚ ਉਹ ਸੁਰੱਖਿਅਤ ਹੋਵੇ। ਜੇ ਕੋਈ ਬੱਚਾ ਪ੍ਰਮਾਤਮਾ ਦੀ ਬਾਣੀ ਦਾ ਜਾਂ ਹੁਨਰ ਸਿੱਖਣਾ ਚਾਹੁੰਦਾ, ਕੀਰਤਨ ਕਰਨ ਦਾ ਜਾਂ ਕਥਾ ਦਾ, ਉਹਦੇ ਲਈ ਉਹ ਵਿੱਦਿਆ ਦੀ ਟਕਸਾਲ ਹੋਵੇ। ਅਤੇ ਫਿਰ ਜੇ ਕੋਈ ਭੁੱਖਾ ਵਿਅਕਤੀ ਆ ਜਾਵੇ, ਉਹਦੇ ਲਈ ਉਹ ਅੰਨਪੂਰਨਾ ਦੀ ਥਾਂ ਹੋਵੇ। ਅਤੇ ਇਸ ਕਰਕੇ ਉਹਨੂੰ ਸਾਰੇ ਸਿਸਟਮ ਨੂੰ ਚਲਾਉਣ ਲਈ ਇਹ ਗੁਰੂ ਦੀ ਗੋਲਕ ਰੱਖੀ ਗਈ ਸੀ ਕਿ ਜਿੰਨੀ ਵਿੱਦਿਆ, ਜਿੰਨੀ ਵੀ ਸਮਰੱਥਾ ਆ, ਉਹਨੇ ਆਪਣੇ ਪੈਸੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲੱਗਿਆਂ ਦਰਸ਼ਨ ਭੇਟਾ ਗੁਰੂ ਦੀ ਗੋਲਕ 'ਚ ਪਾਓ। ਪਰ ਉਹਦਾ ਮਿਸਯੂਜ ਹੁੰਦਾ ਆ ਰਿਹਾ ਲੰਬੇ ਸਮੇਂ ਤੋਂ।
ਤੇ ਹੁਣ ਉਹਦਾ ਮਿਸਯੂਜ਼ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਪਰਿਵਾਰ ਕਰੀ ਜਾ ਰਿਹਾ। ਇਸ ਪੈਸੇ ਨੂੰ ਜਿਨ੍ਹਾਂ ਦੀ ਲੋੜ ਆ, ਜਿਹੜੇ ਕੌਮੀ ਕਾਰਜ ਨੇ, ਉਹਨਾਂ 'ਚ ਨਹੀਂ ਲੱਗ ਰਿਹਾ, ਇਹ ਰਾਜਨੀਤੀ ਤੇ ਲੱਗ ਰਿਹਾ। ਤਾਂ ਹੀ ਅੱਜ ਉਹਦੇ ਮੂੰਹ ਤੇ ਥੱਪੜ ਪਿਆ ਕਿ ਬਹੁਤ ਛਿੱਤਰ ਮਾਰਿਆ ਕਿਸੇ ਸਿੱਖ ਨੇ ਬਾਦਲ ਦੇ ਮੂੰਹ ਤੇ ਛਿੱਤਰ ਮਾਰਿਆ ਅੱਜ। ਇਸੇ ਕਰਕੇ ਇਹ ਪੈਸਾ ਲੱਗਦਾ ਨਹੀਂ ਪਿਆ ਉੱਥੇ ਜਿੱਥੇ ਲੱਗਣਾ ਚਾਹੀਦਾ। ਤੋ ਇਹ ਵੈਸੇ ਦਸਵੰਧ ਦੀ ਪ੍ਰਥਾ ਗੁਰੂ ਸਾਹਿਬ ਨੇ ਬਹੁਤ ਵਧੀਆ ਚਲਾਈ ਸੀ, ਕਿਉਂਕਿ ਸਾਡੇ ਵੱਡੇ ਵੱਡੇ ਕਾਰਜ ਜਿਹੜੇ ਉਹ ਜਿਸ ਤਰ੍ਹਾਂ ਕਾਲਜ ਬਣਾਉਣਾ, ਹਸਪੀਟਲ ਬਣਾਉਣਾ, ਇਹ ਹੋ ਸਕਣ। ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਵਿੱਚ ਵੀ ਜਾਂ ਬਾਹਰ ਕਿਤੇ ਕੋਈ ਐਸਾ ਸਕੂਲ ਜਾਂ ਕਾਲਜ ਜਾਂ ਹਸਪੀਟਲ ਨਹੀਂ ਜਿਹਦਾ ਨਾਂ ਹੋਵੇ, ਜਿਹਦੇ ਵਿੱਚ ਲੋਕ ਧਾ ਕੇ ਜਾਂਦੇ ਹੋਣ ਕਿ ਇੱਥੇ ਸਾਨੂੰ ਰਿਲੀਫ ਮਿਲੂਗੀ, ਇੱਥੇ ਸਾਡੇ ਬੱਚੇ ਦੇ ਸਭ ਤੋਂ ਜ਼ਿਆਦਾ ਨੰਬਰ ਆਉਣਗੇ। ਇਸ ਤਰ੍ਹਾਂ ਦਾ ਮਾਹੌਲ ਅਜੇ ਬਣਿਆ ਨਹੀਂ। ਹਾਂਜੀ, ਕਿਉਂ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰਗੱਦੀ ਦਿੱਤੀ, ਕਿਉਂ ਆਪਣੇ ਬੱਚਿਆਂ ਨੂੰ ਨਹੀਂ ਦਿੱਤੀ? ਹਾਂ, ਗੁਰੂ ਗੋਬਿੰਦ ਸਿੰਘ ਜੀ ਨੇ ਇਹ 10 ਜਾਮਿਆਂ ਤੋਂ ਬਾਅਦ ਇੱਕ ਹੁਕਮ ਸੀ, ਇੱਕ ਪਲਾਨਿੰਗ ਸੀ ਜਿਸ ਤਰ੍ਹਾਂ ਸ਼ੁਰੂ ਤੋਂ, ਕਿ ਇਹ ਅੱਗੇ ਇੱਕ ਜਿਹੜੀ ਦੇਹਧਾਰੀ ਪ੍ਰਥਾ ਖਤਮ ਕਰਨੀ ਹੈ। ਇਹ ਥੋੜ੍ਹੀ ਜਿਹੀ ਆਵਾਜ਼ ਘੱਟ ਕਰ ਯਾਰ, ਪ੍ਰਥਾ ਨਹੀਂ ਰਹਿਣ ਦੇਣੀ। ਤੋ ਇਹ ਗੁਰਸ਼ਬਦ ਨੂੰ ਗੱਦੀ ਜਿਹੜੀ ਦੇਣ ਦਾ ਪਲਾਨ ਗੁਰੂ ਨਾਨਕ ਸਾਹਿਬ ਜੀ ਦੇ ਟਾਈਮ ਤੋਂ ਸੀ, ਕਿ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ, ਤਾਂ ਉਹਨਾਂ ਕਿਹਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਾਡਾ ਗੁਰੂ ਸ਼ਬਦ ਹੈ ਤੇ ਸੁਰਤ ਧੁਨ ਚ, ਕਿਉਂਕਿ ਬਾਣੀ ਅਕਾਲ ਪੁਰਖ ਦੀ, ਅਕਾਲ ਪੁਰਖ ਸੱਚੇ ਵਾਹਿਗੁਰੂ ਹੀ ਗੁਰੂ ਸਨ ਗੁਰੂ ਨਾਨਕ ਸਾਹਿਬ ਦੇ। ਤੋ ਸ਼ਬਦ ਨੂੰ ਸ਼ੁਰੂ ਤੋਂ ਮਹੱਤਵਤਾ ਦਿੱਤੀ। ਇਹੀ ਕਾਰਜ ਸੀ ਕਿ ਇੱਕ ਜਦੋਂ ਗੁਰਬਾਣੀ ਨੂੰ ਇਕੱਠਿਆਂ ਕੀਤਾ, ਸੰਪਾਦਨ ਕੀਤਾ ਗੁਰੂ ਅਰਜਨ ਦੇਵ ਜੀ ਨੇ, ਤੋ ਉਦੋਂ ਆਦਿ ਗ੍ਰੰਥ ਦਾ ਜਦੋਂ ਪ੍ਰਕਾਸ਼ ਕੀਤਾ, ਉਦੋਂ ਵੀ ਇਹਨਾਂ ਨੂੰ ਇੰਨੀ ਮਹਾਨਤਾ ਦਿੱਤੀ, ਇੰਨਾ ਮਹੱਤਵ ਦਿੱਤਾ ਕਿ ਉਹਨਾਂ ਨੇ ਆਪ ਬੜਾ ਸਤਿਕਾਰ ਕੀਤਾ ਤੇ ਬਾਬਾ ਬੁੱਢਾ ਜੀ ਗ੍ਰੰਥੀ ਥਾਪੇ ਗਏ। ਇਹ ਇੱਕੋ ਹੀ ਵਜ੍ਹਾ ਸੀ ਕਿ ਜਦੋਂ ਇਹ ਸਬਜੈਕਟ ਪੂਰਾ ਹੋ ਜਾਏ, ਜਦੋਂ ਇਹ ਸਾਡਾ ਸਿਧਾਂਤ ਮੁਕੰਮਲ ਹੋਣ ਤੇ ਆਵੇ, ਤੇ ਉਦੋਂ ਇਹਨੂੰ ਗੁਰਤਾ ਗੱਦੀ ਦਿੱਤੀ ਜਾਵੇ। ਤੇ ਗੁਰੂ ਸਾਹਿਬ ਨੇ ਸਾਨੂੰ ਗੁਰਿਆਈ ਇਹੋ ਜਿਹੀ ਦਿੱਤੀ ਜਿਹੜੀ ਯੁੱਗਾਂ ਤੋਂ ਯੁੱਗਾਂ ਤੱਕ ਚੱਲਦੀ ਰਹਿੰਦੀ। ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਕਿ ਮੇਰੀ ਆਤਮਾ ਗ੍ਰੰਥ ਵਿੱਚ, ਪ੍ਰਾਣ ਪੰਥ ਵਿੱਚ। ਹੁਣ ਕੋਈ ਵੀ ਸਰੀਰ ਆ, ਉਹਦੀ ਉਮਰ ਹੁੰਦੀ 10 ਸਾਲ ਜਾਂ 15 ਸਾਲ ਗੁਰਤਾ ਗੱਦੀ ਲਈ, ਜਾਂ 20 ਸਾਲ। ਲੇਕਿਨ ਜਿਹੜਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਦਿੱਤਾ, ਜਿਸ ਗੁਰੂ ਨੂੰ ਗੁਰਤਾ ਗੱਦੀ ਦਿੱਤੀ, ਉਹਨੂੰ ਯੁੱਗਾਂ ਤੋਂ ਯੁੱਗਾਂ ਤੱਕ ਅਸੀਂ ਇਸੇ ਤਰ੍ਹਾਂ ਦੇਖ ਸਕਦੇ ਹਾਂ। ਉਹ ਸਦਾ ਨਵਾਂ ਨਰੋਆ, ਕਿਉਂਕਿ ਉਹਨਾਂ ਨੇ ਕਿਹਾ ਸੀ ਮੇਰੀ ਆਤਮਾ ਗ੍ਰੰਥ ਵਿੱਚ, ਪ੍ਰਾਣ ਪੰਥ ਵਿੱਚ। ਪ੍ਰਾਣ ਪੰਥ ਵਿੱਚ ਭਾਵ 5 ਪਿਆਰੇ ਜਿਹੜੇ ਹੋਣਗੇ ਉਹ ਮੇਰਾ ਸਰੀਰ ਹੋਣਗੇ, ਆਤਮਾ ਮੇਰੀ ਗ੍ਰੰਥ ਹੋਊਗੀ। ਤੋ 10 ਪਾਤਸ਼ਾਹੀਆਂ ਦੀ ਆਤਮਾ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ, ਗੁਰੂ ਸਾਹਿਬ ਨੇ ਮੇਰੀ ਆਤਮਾ ਗ੍ਰੰਥ ਵਿੱਚ, ਪ੍ਰਾਣ ਪੰਥ ਵਿੱਚ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦਰਸ਼ਨ ਖਾਲਸੇ ਕਾ। ਤੋ ਗੁਰੂ ਸਾਹਿਬ ਨੇ ਕਿਹਾ ਸੀ ਕਿ 10 ਪਾਤਸ਼ਾਹੀਆਂ ਦੇ ਸ਼ਬਦ ਨੂੰ ਵਿਚਾਰਨਾ, ਪੜ੍ਹਨਾ ਤੇ 5 ਸਿੱਖਾਂ ਦਾ ਸਤਿਕਾਰ ਕਰਨਾ, ਉਹਨਾਂ ਨੂੰ ਮੇਰਾ ਸਰੂਪ ਜਾਣ ਕੇ ਇਹ ਸਤਿਕਾਰ ਕਰਨਾ। ਤੋ ਇਹ ਗੁਰੂ ਸਾਹਿਬ ਜੀ ਦੇ ਆਪਣੇ ਬਚਨ ਹਨ। ਜਦੋਂ ਗੁਰੂ ਸਾਹਿਬ ਜੀ ਅਕਾਲ ਚਲਾਣਾ ਕਰਨ ਦੀ ਤਿਆਰੀ ਕਰ ਰਹੇ ਸੀ, ਤੋ ਉਦੋਂ ਸਿੱਖਾਂ ਨੇ ਉਹਨਾਂ ਨੂੰ ਤੜਕੇ ਅੰਮ੍ਰਿਤ ਵੇਲੇ ਪਹਿਚਾਨ ਲਿਆ ਕਿ ਗੁਰੂ ਸਾਹਿਬ ਆਪਣੀ ਤਿਆਰੀ ਕਰ ਰਹੇ ਨੇ। ਇਹਨਾਂ ਨੇ ਲੱਕੜੀਆਂ ਦਾ ਵੀ ਇੰਤਜ਼ਾਮ ਕਰਵਾ ਕੇ ਕਨਾਤਾਂ ਲਗਵਾ ਲਈਆਂ, ਚਿਖਾ ਬਣਵਾ ਲਈ। ਤੋ ਗੁਰੂ ਸਾਹਿਬ ਦੇ ਅੱਗੇ ਸਿੱਖਾਂ ਨੇ ਇਕੱਠੇ ਹੋ ਕੇ ਕਿਹਾ, ਜੀ ਸੱਚੇ ਪਾਤਸ਼ਾਹ ਪਾਕੀ ਨਾਈ ਪਾਕ, ਹੁਕਮ ਹੋਏ ਜੋ ਖਾਲਸਾ ਮੱਥਾ ਕਹਾਂ ਟੇਕੇ। ਭਾਵੇਂ ਸੀ ਕਿ ਸਾਡਾ ਅਗਲਾ ਗੁਰੂ ਕੌਣ ਹੋਏਗਾ। ਤੋ ਗੁਰੂ ਸਾਹਿਬ ਦਾ ਹੁਕਮ ਸੀ ਕਿ ਮੈਂ ਖਾਲਸਾ ਅਕਾਲ ਕੋ ਸੌਂਪਾ, ਖਾਲਸਾ ਅਕਾਲ ਕੋ ਸੌਂਪਾ, ਜੋ ਖਾਲਸੇ ਕੀ ਰਹਿਤ ਵਿਚਾਰੇਗਾ ਤਿਸਕਾ ਬੇਲੀ ਹਾਂ। ਉਹਨਾਂ ਕਿਹਾ ਜਿਹੜਾ ਖਾਲਸੇ ਦੀ ਰਹਿਤ ਵਿਚਾਰੂਗਾ, ਜਿਹੜਾ ਮਰਿਆਦਾ ਵਿੱਚ ਰਹੂਗਾ, ਮੈਂ ਉਹਦੇ ਬਹੁਤ ਨੇੜੇ ਹੋਊਂਗਾ, ਮੇਰੀ ਉਹਦੇ ਨਾਲ ਦੋਸਤੀ ਹੋਊਗੀ। ਜਬ ਇਹ ਕਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਤੋ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਾਨੂੰ ਗੁਰਸ਼ਬਦ ਦੀ ਗੁਰਤਾ ਗੱਦੀ ਦਿੱਤੀ, ਗੁਰੂ ਗ੍ਰੰਥ ਤੇ ਗੁਰੂ ਪੰਥ, ਗੁਰੂ ਗ੍ਰੰਥ ਆਤਮਾ, ਗੁਰੂ ਪੰਥ ਗੁਰੂ ਸਾਹਿਬ ਦਾ ਸਰੀਰ। ਪਰ ਅੱਜ ਦੁੱਖ ਦੀ ਗੱਲ ਇਹ ਹੈ ਕਿ ਉਹ ਸਮਾਂ ਸੀ ਜਦੋਂ ਜੋਤ ਵਰਤਦੀ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜੁਗਤ ਵਰਤਦੀ ਸੀ 5 ਪਿਆਰਿਆਂ ਵਿੱਚ। ਅੱਜ ਜੋਤ ਵਰਤਦੀ ਗੁਰੂ ਗ੍ਰੰਥ ਸਾਹਿਬ ਵਿੱਚ, ਜੁਗਤ ਵਰਤਦੀ ਬਾਦਲ ਦੇ ਪਰਿਵਾਰ ਵਿੱਚ। 5 ਪਿਆਰੇ ਨਕਾਰਾ ਹੋ ਗਏ। ਉਹਨਾਂ ਦੇ ਨਕਾਰਾ ਹੋਣ ਦੀ ਵਜ੍ਹਾ ਨਾਲ ਅੱਜ ਸਾਡੀ ਕੌਮ ਰੁਲਦੀ ਫਿਰਦੀ ਹੈ। ਕਦੀ ਕੋਈ ਸਾਡੇ ਸਿੰਘਾਂ ਨੂੰ ਪਾੜ ਕੇ ਖਾ ਜਾਂਦਾ ਤੇ ਕੌਡੀ ਮੁੱਲ ਨਹੀਂ ਪੈਂਦਾ,
ਕਦੀ ਕਿਸੇ ਗੁਰੂ ਘਰ ਦੀ ਗੁਰਧਾਮ ਦੀ ਬੇਅਦਬੀ ਹੁੰਦੀ ਆ, ਕਦੀ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਸਾੜਿਆ ਜਾਂਦਾ, ਕਦੀ ਕਿਤੇ ਕੌਮ ਨੂੰ ਨੀਵਾਂ ਦਿਖਾਇਆ ਜਾਂਦਾ। ਸਾਡੇ ਪੁੱਛਣ ਵਾਲਾ ਕੋਈ ਨਹੀਂ, ਸਾਡਾ ਸੁਆਮੀ ਕੋਈ ਨਹੀਂ। ਸਾਡੀਆਂ ਮਰਿਆਦਾ ਬੜੀਆਂ ਅਲੱਗ-ਅਲੱਗ ਹੋ ਗਈਆਂ, ਹੰਨੇ ਮੇਰੀ ਹੋ ਗਈ। ਜਿੰਨੇ ਵੀ ਡੇਰੇ ਨੇ, ਜਿੰਨੇ ਵੀ ਉਹਨਾਂ ਦੇ ਸੁਆਮੀ ਨੇ, ਸਾਰਿਆਂ ਦੀ ਮਰਿਆਦਾ ਅਲੱਗ-ਅਲੱਗ। ਤੋਂ ਉਹਦੇ ਉੱਤੇ ਕੁੰਡਾ ਨਹੀਂ ਰਿਹਾ। ਕੁੰਡਾ ਇਸ ਕਰਕੇ ਨਹੀਂ ਰਿਹਾ ਕਿ ਜਿਹੜੇ 5 ਪਿਆਰੇ ਸੀ ਉਹ ਨੌਕਰ ਬਣਾ ਲਏ ਸਾਡੇ ਲੀਡਰਾਂ ਨੇ, ਜਿਨ੍ਹਾਂ ਨੂੰ ਦਸਮ ਪਾਤਸ਼ਾਹ ਨੇ ਆਪਣੇ ਪੁੱਤਾਂ ਨਾਲੋਂ ਵੀ ਵੱਧ ਸਨਮਾਨ ਦੇ ਕੇ ਤੇ ਇਹ ਪਾਤਸ਼ਾਹੀ ਬਖਸ਼ੀ ਸੀ, ਜਿਨ੍ਹਾਂ ਨੂੰ ਗੁਰਤਾ ਗੱਦੀ ਬਖਸ਼ੀ ਸੀ। ਤੋਂ 5 ਪਿਆਰੇ ਸੀ ਜਿਨ੍ਹਾਂ ਦੀ ਇੰਨੀ ਸਮਰੱਥਾ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤਪਾਨ ਕਰਵਾਇਆ ਉਦੋਂ ਬੜਾ ਉਹਨਾਂ ਨੂੰ ਤਪ ਤੇਜ ਮਿਲਿਆ। ਭਾਈ ਜੈਤਾ ਜੀ ਨੇ ਉਦੋਂ ਦਾ ਇੱਕ ਵਰਣਨ ਕੀਤਾ ਕਿ ਦਹ ਜਾਮ ਕਾ ਜੇਤਾ ਤੇਜ ਹੋਤੋ ਗੁਰੂ ਗੋਬਿੰਦ ਸਿੰਘ ਦੇ ਪੰਥ ਸਜਾਇਓ। 10 ਜਾਮਿਆਂ ਦੀ ਜਿੰਨੀ ਤਾਕਤ ਸੀ, ਤਪ ਤੇਜ ਸੀ, ਬਲ ਸੀ, ਉਹ ਸਾਰਾ ਗੁਰੂ ਗੋਬਿੰਦ ਸਿੰਘ ਜੀ ਨੇ ਦੇ ਕੇ 5 ਪਿਆਰੇ ਸਜਾਏ। ਦਹ ਜਾਮ ਕਾ ਜੇਤਾ ਤੇਜ ਹੋਤੋ ਗੁਰੂ ਗੋਬਿੰਦ ਸਿੰਘ ਦੇ ਪੰਥ ਸਜਾਇਓ। ਦਹ ਜੋਤਨ ਕੀ ਪ੍ਰਭ ਜੋਤ ਲਿਓ। परमात्मा ने की किया कि 10 जामिया दे विच जिहड़ी जोत सी 10 गुरुआं दी, वो जोत लैके और पंथे जीवन जोत जगायो। पंथ दे भाव 5 प्यारिਆਂ दे हिरदे चो जोत जगाई गुरियाई दी। तो ये बड़े वड्डा सिद्धांत सानू गुरु गोबिंद सिंह जी ने दिता, जिहदी असीं कदर नहीं पाई, जिहदी बेअदबी कीती साडी लीडरशिप ने। यही वजह कि साडी कौम नूं राज कदी नहीं मिलिया, जे मिलिया तो वो ना बराबर मिलिया। एक कला बाबा बंदा सिंह बहादुर सी जिन्हें गुरु आशे अनुसार 8 या 10 साल राज किया। तो एक जिमीदार बनाया, मुजाहरियां नूं जिहड़े चौधरी हुंदे सी जिन्हां ने कदी सोने दियां मोहरां लैके वो धरती दित्ती सी जिथे साहिबजादियां दा संस्कार किया। बाबा बंदा सिंह बहादुर ने उन्हां नूं सजावां दित्तियां, सजावां दे के उन्हां तो जमीनां खो के मुजाहरियां नूं जिहड़े जमीन वाहण वाले सी उन्हां नूं जिमीदार बनाया। बड़ा चंगा सिस्टम चलाया सी, पर असी उस सूरमे की कदर नहीं पा सके। साडा सिस्टम इसे करके लीह तो लथ गया कि असी गुरु गोबिंद सिंह जी की इच्छा अनुसार 5 प्यारिਆਂ ਨੂੰ श्रोमणी नहीं बना पाए, सिर्फ उन्होंने कीर्तन नगर कीर्तन के अगे लाने वाले 5 प्यारिਆਂ तक सीमित करके रख लिया। तो ये साडी बदकिस्मती कही जा सकती है। साहब जी गुरु नानक साहब जी ने जो सानू शब्द दिते, गुरु नानक साहब जी तो बाद गुरु अंगद देव जी ने, फिर अमरदास जी ने ये जिहड़ी बाणी दिती है सानू अकाल पुरख सच्चे वाहिगुरू के हुक्म नाल गुरु साहब नू मिली। तो गुरु चौथे पातशाह आप गुरु ग्रंथ साहब विच दर्ज करते हैं, ये सतगुर की बाणी सत सत कर जाणो गुरसिखो, सानू गारंटी देंदे ने कि ये सतगुरु की बाणी अकाल पुरख सच्चे वाहिगुरू के दर तो मिली, इनू सत 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 करके जाणो। बड़े विश्वास नाल कहंदे ने सतगुर की बाणी सत सत कर जाणो गुरसिखो, हर करता आप मूहों कढ़ाए। अकाल पुरख ने आप गुरु के मूँह चों कढ़ाई। तो गुरु नानक देव जी भी यही फरमाउंदे ने, बाणी महापुरख की निज घर वासा होए। जिहड़ा बाणी नूं प्यार करूगा परमात्मा उहदे हिरदे च वसूगा, क्योंकि परमात्मा दे दर दी बाणी। तो ये सानू गुरु साहब जी ने अपनी बाणी ते जिन्हां ने परमात्मा की बंदगी की, जो उन्होंने लिखा गुरु नानक साहब ने उन्हों की बाणी भी इकट्ठियां करके सानू गुरु ग्रंथ साहब दे गुरु अर्जन देव जी ने गुरु ग्रंथ के रूप में सानू बख्शिश की। अरदास क्यों करते हैं? अरदास इस करते हैं क्योंकि असी समर्थ नहीं, साढ़े च इन्नी ताकत नहीं कि असी सारा कुछ कर सकीए, साढ़े च इन्ना बल नहीं। सानू गुरु साहब ने कहा कि जो कुछ भी करता है वह अकाल पुरख करता है, तो उस अकाल पुरख के दर दे अगे खले कीचे अरदास ही करनी बनती है। असी हुक्म नहीं कर सकते, हुक्म रजाई चलना नानक लिखिया नाल, सानू हुक्म दे विच चलण दी इजाजत आ। जो कुछ भी असी करना कीता लोड़िए काम सो हर पे आखिए, वो अकाल पुरख अगे अरदास करके कहना चाहिए। इस करके असी अरदास करते हैं। ते गुरगद्दी क्यों दिती? इस करके दिती, गुरु नानक साहब का हुक्म सी कि असी इन्ने समय के बाद जो साडा सबजैक्ट मुकम्मल हो जाऊगा उदों बाद ये गुरियाई इहो जी शब्द नूं दिती जाएगी जिहड़ा सदा जुगां तो जुगां तक नरोआ रहूगा, एक सार रहूगा, ना कभी बुढ़ा होऊगा ना उहदी कभी मौत आऊगी। तो सानू किसी भी जुगां तो जुगां तक जिन्नी भी संगत आऊगी उन्हां नूं इस तरह का गुरु मिलता रहूगा।
मैं समझा नहीं। मैं कल आगे करना राज करेगा खालसा। हाँ हाँ गुरु ਸਾਹਿਬ ਦਾ ਬਚਨ ਇਹ ਰਾਜ ਕਰੇਗਾ ਖਾਲਸਾ। ਜਦੋਂ ਪੁਰਾਤਨ ਸਿੱਖ ਜਿਹੜੇ ਮੁਸੀਬਤਾਂ ਦੇ ਵਿੱਚ ਰਹਿੰਦੇ ਸੀ, ਜੰਗਲਾਂ 'ਚ ਰਹਿੰਦੇ ਸੀ, ਉਹਨਾਂ ਦੇ ਕੋਲ ਘਰ ਨਹੀਂ ਸੀ, ਘਰ ਉਹਨਾਂ ਨੂੰ ਟਿਕਣਾ ਨਹੀਂ ਸੀ ਮਿਲਦਾ, ਤਾਂ ਉਹਨਾਂ ਦਾ ਮਨੋਬਲ ਜਿਹੜਾ ਉਹ ਬਹੁਤ ਉੱਚਾ ਹਾਈ ਲੈਵਲ ਦਾ ਹੁੰਦਾ ਸੀ। ਉਹ ਸਮਝਦੇ ਅਸੀਂ ਰਾਜੇ ਹਾਂ ਅਤੇ ਸਾਡਾ ਰਾਜ ਕਰਨਾ ਸਾਡਾ ਹੱਕ ਆ। ਉਹ ਉਹਨਾਂ ਨੇ ਆਪਣੀ ਆਤਮਿਕ ਤੌਰ 'ਤੇ ਚੜ੍ਹਦੀ ਕਲਾ ਲਈ ਇੱਕ ਜਕਾਰਾ ਬਣਾਇਆ ਸੀ, ਇੱਕ ਨਾਅਰਾ ਦਿੱਤਾ ਸੀ, ਜਿਹਨੂੰ ਦੋ ਸਿੱਖ ਵੀ ਸਾਬਤ ਕਰ ਗਏ ਕਿ ਅਸੀਂ ਰਾਜ ਕਰ ਰਹੇ ਹਾਂ। ਉਹਨਾਂ ਨੇ ਆਪਣਾ ਟੈਕਸ ਲਾ ਕੇ ਆਨਾ ਗੱਡਾ ਤੇ ਪੈਸਾ ਖੋਤਾ, ਜਗਾਤ ਲੇਤ ਹੈ ਬਾਬਾ ਬੋਤਾ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਨੇ ਸਿਰਫ ਇਹ ਦੱਸਣ ਲਈ ਕਿ ਅਸੀਂ ਰਾਜ ਕਰਦੇ ਹਾਂ, ਉਹਨਾਂ ਨੇ ਇਹ ਮਸੂਲ ਟੈਕਸ ਲਾਇਆ ਸੀ। ਤੋ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਆ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਇਹ ਸਾਡੇ ਪੁਰਾਤਨ ਸਿੱਖਾਂ ਦੇ ਬਚਨ ਨੇ। ਗੁਰੂ ਸਾਹਿਬ ਜੀ ਦੇ ਮੁਖਾਰਬਿੰਦ ਜਾਂ ਉਹਨਾਂ ਦੀ ਇੱਛਾ ਅਨੁਸਾਰ ਇਹ ਬਾਣੀ ਨਹੀਂ ਗੀ। ਇਹ ਸਾਡੇ ਪੁਰਾਤਨ ਇਤਿਹਾਸ ਜਿਹੜੇ ਜਿਨ੍ਹਾਂ ਨੂੰ ਪ੍ਰਵਾਨਗੀ ਆ ਪੰਥ ਵਿੱਚ, ਉਹਨਾਂ ਦੇ ਬਚਨ ਨੇ। ਜਿਸ ਤਰ੍ਹਾਂ ਜਿਨ੍ਹਾਂ ਸਿੱਖਾਂ ਨੇ ਰਹਿਤਨਾਮੇ ਲਿਖੇ, ਜਿਨ੍ਹਾਂ ਨੇ ਇਹ ਮਹਾਨ ਕੋਸ਼ ਲਿਖਿਆ, ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਲਿਖਿਆ, ਜਿਨ੍ਹਾਂ ਨੇ ਪੰਥ ਪ੍ਰਕਾਸ਼, ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ, ਇਹ ਉਹਨਾਂ ਦੀਆਂ ਕਵਿਤਾਵਾਂ ਨੇ। ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਸਾਹਿਬ ਜਿਹੜੇ ਅੰਮ੍ਰਿਤ ਛਕ ਕੇ ਮੀਟ ਖਾ ਲੈਂਦੇ ਨੇ, ਹਜ਼ੂਰ ਸਾਹਿਬ ਇਹ ਮੇਰਾ ਖਿਆਲ ਇਸ ਤਰ੍ਹਾਂ ਪੰਜ ਪਿਆਰੇ ਜਦੋਂ ਅੰਮ੍ਰਿਤਪਾਨ ਕਰਾਉਂਦੇ ਉਦੋਂ ਕਹਿੰਦੇ ਨਹੀਂ, ਲੇਕਿਨ ਇਹ ਜ਼ਰੂਰ ਦੇਖਣ 'ਚ ਆਇਆ ਕਿ ਜਦੋਂ ਹੋਲਾ ਮਹੱਲਾ ਹੁੰਦਾ ਹੈ ਉੱਥੇ ਉਹ ਬੱਕਰਾ ਝਟਕਾਉਂਦੇ ਨੇ। ਅਤੇ ਉਹ ਜਿਹੜੀ ਵੀ ਉਹਨਾਂ ਨੇ ਜੋ ਕੁਛ ਵੀ ਕੀਤਾ ਉਹਨੂੰ ਵਟਸਐਪ 'ਤੇ TV 'ਤੇ ਤੁਸੀਂ ਲੋਕਾਂ ਨੇ ਦੇਖਿਆ। ਲੇਕਿਨ ਮੈਨੂੰ ਲੱਗਦਾ ਹੈ ਕਿ ਉੱਥੋਂ ਪੰਜ ਪਿਆਰੇ ਕਹਿੰਦੇ ਨਹੀਂ, ਪਰ ਅਕਾਲ ਤਖਤ ਦੇ ਪੰਜ ਪਿਆਰੇ ਵੀ ਜਿਹੜੇ ਉਹ ਵੀ ਕਲੀਅਰ ਨਹੀਂ ਗੇ ਕਿ ਮੀਟ ਖਾਓ ਜਾਂ ਨਾ ਖਾਓ। ਉਹ ਦੁਚਿੱਤੇ ਪੰਚ ਨੇ। ਦੁਚਿੱਤੇ ਪੰਚ ਇਸ ਕਰਕੇ ਨੇ ਕਿਉਂਕਿ ਮਰਿਆਦਾ ਬਣੀ ਹੀ ਨਹੀਂ, ਜਾਂ ਵੰਡ ਹੀ ਨਹੀਂ ਦਿੱਤੀ, ਜਾਂ ਕਲੀਅਰ ਨਹੀਂ ਹੋਣ ਦਿੱਤੀ, ਜਾਂ ਉੱਥੇ ਪੰਥ ਦਾ ਬੋਲਬਾਲਾ ਨਹੀਂ ਹੋਇਆ। ਅਕਾਲ ਤਖਤ ਤੇ ਸਿੱਖ ਸਿਧਾਂਤ ਦਾ, ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਬੋਲਬਾਲਾ ਨਹੀਂ ਹੋਇਆ ਜਿਹੜਾ ਕਲੀਅਰ ਸਾਨੂੰ ਮੈਸੇਜ ਦੇ ਸਕਣ। ਹਾਂਜੀ ਮੈਨੂੰ ਸਮਝਿਆ ਨਹੀਂ। 84 ਵਿੱਚ ਬੇਟੇ ਉਹ ਜਾਰੀ ਕੀਤੇ ਗਏ ਚੰਗੀ ਤਰ੍ਹਾਂ, ਬਹੁਤ ਜਿਹੜੇ ਕੀਤੇ ਉਹ ਬਹੁਤ ਘੱਟ ਗਿਣਤੀ ਦਿੱਤੀ ਗਈ। ਹੁਕਮਨਾਮਾ ਅਕਾਲ ਪੁਰਖ ਸੱਚੇ ਵਾਹਿਗੁਰੂ ਦਾ ਜਿਹੜਾ ਅਕਾਲ ਤਖਤ ਬਣਾਇਆ ਹੋਇਆ, ਉੱਥੇ ਕੁਦਰਤੀ ਮਰਿਆਦਾ ਲਾਗੂ ਹੁੰਦੀ ਆ। ਅਤੇ ਉਹਦੇ ਉੱਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਪੰਜ ਪਿਆਰੇ ਗੁਰਮਤਾ ਬਣਾਉਂਦੇ ਨੇ ਤਾਂ ਉਹਨੂੰ ਹੁਕਮਨਾਮਾ ਕਿਹਾ ਜਾਂਦਾ। ਜਿਹੜਾ ਗੁਰਮਤਾ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਪੰਜ ਸਿੰਘ ਤਿਆਰ ਕਰਦੇ ਸਰਬਸੰਮਤੀ ਨਾਲ, ਅਤੇ ਉਹਨੂੰ ਜਦੋਂ ਪੰਜ ਸਿੰਘ ਸਾਈਨ ਕਰਕੇ ਅਤੇ ਅਕਾਲ ਤਖਤ ਤੋਂ ਡਿਕਲੇਅਰ ਕਰਦੇ, ਉਹਨੂੰ ਹੁਕਮਨਾਮਾ ਸਿੱਖ ਕਹਿੰਦੇ। ਖਾਲਸਾ ਵਾਹਿਗੁਰੂ ਫਤਿਹ। ਖਾਲਸੇ ਦੇ ਅੱਗੇ ਕੋਈ ਆਕੀ ਨਹੀਂ ਰਹੂਗਾ, ਅੜਿਆ ਨਹੀਂ ਰਹੂਗਾ। ਜਿਹੜਾ ਖਾਲਸੇ ਦੇ ਅੱਗੇ ਅੜਿਆ ਰਵੇ ਤੇ ਖਾਲਸੇ ਦਾ ਰਾਜ ਅਧੂਰਾ ਰਵੇ, ਉਹ ਨਹੀਂ ਰਹੂਗਾ। ਹਾਂ, ਆਕੀ ਦਾ ਮਤਲਬ ਕਹਿੰਦੇ ਨਾ ਆਕੀ ਹੋਇਆ, ਵਿਗੜਿਆ ਹੋਇਆ, ਵੇਰ ਗਿਆ, ਉਹਨੂੰ ਕਹਿੰਦੇ ਆਕੀ ਹੋਇਆ। ਆਕੀ ਰਹੇ ਨਾ ਕੋਈ। ਕਿੱਥੇ? ਹਜ਼ੂਰ ਸਾਹਿਬ। ਬੀਬੀ ਜੀ ਮੈਂ ਉਹੀ ਨਾ ਤੁਹਾਨੂੰ ਬਾਰ-ਬਾਰ ਮੈਂ ਜਿਹੜੀ ਗੱਲ ਰਿਪੀਟ ਕੀਤੀ ਆ ਉਹ ਇਹੀ ਆ ਕਿ ਸਾਡੀ ਮਰਿਆਦਾ ਇੱਕ ਨਹੀਂ। ਅਕਾਲ ਤਖਤ ਸਾਹਿਬ ਤੇ ਪੰਥ ਤੇ ਗ੍ਰੰਥ ਦਾ ਸਿਧਾਂਤ ਦ੍ਰਿੜਤਾ ਨਾਲ ਲਾਗੂ ਨਹੀਂ ਹੋਇਆ। ਉੱਥੇ ਪੰਜ ਪਿਆਰੇ ਜਿਹੜੇ ਗੁਰੂ ਨੂੰ ਸਮਰਪਿਤ ਹੋਣ ਅਜੇ ਤੱਕ ਬਣਾਏ ਨਹੀਂ। ਅਤੇ ਇਹੀ ਵਜ੍ਹਾ ਹੈ ਕਿ ਜਿਹੜੇ ਵੀ ਬਣਾਉਂਦੇ ਨੇ ਨੌਕਰ ਬਣਾ ਕੇ ਨਖਰਾ ਨਹੀਂ ਕਰ ਸਕਦੇ ਨੌਕਰ, ਕਿਉਂਕਿ ਜਿਹੜਾ ਗ੍ਰੰਥੀ ਰਿਟਾਇਰ ਹੁੰਦਾ ਉਹਨੂੰ ਦਿਹਾੜੀ 'ਤੇ ਰੱਖ ਲੈਂਦਾ ਬਾਦਲ, ਅਤੇ ਜਦੋਂ ਜੀ ਚਾਵੇ ਰਾਤ ਨੂੰ ਕਹਿੰਦਾ ਅਸਤੀਫਾ ਦੇ, ਅਗਲੇ ਦਿਨ ਦੂਸਰੇ ਨੂੰ ਰੱਖ ਲੈਂਦਾ ਜਿਹੜਾ ਉਹਦਾ ਮਰਜ਼ੀ ਅਨੁਸਾਰ ਚੱਲੇ। ਤੋ ਇਹਦੀ ਵਜ੍ਹਾ ਆ ਕਿ ਜਿਹੜੀ ਹਜ਼ੂਰ ਸਾਹਿਬ ਨੰਦੇੜ ਦੇ ਵਿੱਚ ਉਹ ਚੰਦਨ ਰਗੜ ਕੇ ਉਹ ਤਿਲਕ ਲਾਉਂਦੇ ਨੇ ਉਹਦਾ, ਉਧਰ ਦੇ ਨੰਦੇੜ ਦੇ ਸਿੱਖ, ਅਤੇ ਕਈ ਵਾਰੀ ਟੱਲੀਆਂ ਵੀ ਖਿੜਕਾਉਂਦੇ ਨੇ। ਉਹ ਸਾਨੂੰ ਮਰਿਆਦਾ ਚੰਗੀ ਨਹੀਂ ਲੱਗਦੀ, ਨਾ ਉਹ ਗੁਰਮਤਿ ਅਨੁਸਾਰ ਹੈ, ਪਰ ਉਹ ਕਹਿੰਦੇ ਨੇ ਕਿ ਗੁਰੂ ਕਾਲ ਤੋਂ ਇਸ ਤਰ੍ਹਾਂ ਚੱਲਦਾ ਆ ਰਿਹਾ। ਤੋ ਇਹ ਉਹਨਾਂ ਦੀ ਭਾਵਨਾ ਆ। ਤੋ ਇਹ ਗੁਰੂ ਸਾਹਿਬ ਜੀ ਦਾ ਹੁਕਮ ਵੀ ਹੈ ਕਿ ਜਿਸ ਤਰ੍ਹਾਂ ਇੰਨੀ ਕੁ ਗੱਲ ਬਰਦਾਸ਼ਤ ਕਰ ਲੈਣੀ ਚਾਹੀਦੀ ਸਾਨੂੰ, ਕਿਉਂਕਿ ਉਹ ਸਾਡੇ ਤੋਂ ਦੂਰ ਰਹਿੰਦੇ ਨੇ। ਅਸੀਂ ਉਹਨਾਂ ਦਾ ਕਦੀ ਉਹਨਾਂ ਦੀ ਬਾਤ ਵੀ ਨਹੀਂ ਪੁੱਛੀ, ਉਹਨਾਂ ਦੇ ਦੁੱਖ ਸੁੱਖ ਦੇ ਸ਼ਰੀਕ ਵੀ ਨਹੀਂ ਹੋਏ, ਉਹਨਾਂ ਦੀ ਗਰੀਬੀ ਦਾ ਅਸੀਂ ਕੋਈ ਦਾਰੂ ਵੀ ਨਹੀਂ ਲੱਭਾ,
ਉਹਨਾਂ ਨੇ ਜਿਵੇਂ ਕਿਵੇਂ ਆਪਣੀ ਸਿੱਖੀ ਬੜੀ ਸੰਭਾਲੀ, ਉਹ ਕਦੀ ਕੇਸ ਨਹੀਂ ਕਤਲ ਕਰਦੇ। ਖਾਲਸਾ ਫਤਿਹ। ਹਾਂਜੀ, ਦਸਮ ਗ੍ਰੰਥ ਬਾਰੇ ਤੁਹਾਡਾ ਕੀ ਵਿਚਾਰ ਹੈ? ਪੜ੍ਹਨਾ ਚਾਹੀਦਾ ਜਾਂ ਨਹੀਂ ਪੜ੍ਹਨਾ ਚਾਹੀਦਾ? ਹਾਂਜੀ, ਹੋ ਗਿਆ ਸਵਾਲ? ਠੀਕ ਹੈ। ਦੋ ਹੋਰ ਸਵਾਲ ਹੈ। ਇੱਕ ਛੋਟੀ ਜਿਹੜੀ ਚੌਪਈ ਆ, ਵੱਡੀ ਚੌਪਈ ਜਿਹੜੀ ਰਹਿਰਾਸ ਵਿੱਚ ਨਹੀਂ ਕਰਦੇ ਕਿ ਉਹ ਕਰਨੀ ਚਾਹੀਦੀ ਜਾਂ ਨਹੀਂ। ਇੱਕ ਸਵਾਲ ਹੋਰ ਕਿ ਗੁਰੂ ਗੋਬਿੰਦ ਸਿੰਘ ਨੇ ਕਿਉਂ ਤੇ ਕਿੱਥੇ ਕਿਹਾ ਕਿ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਆ ਦਾ? ਹਾਂ, ਇੱਕ ਤਾਂ ਜਿਹੜਾ ਇਹ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ, ਇਹ ਗੁਰੂ ਸਾਹਿਬ ਨੇ ਆਪਣੀ ਆਤਮ ਕਥਾ ਵਿੱਚ ਕਿਹਾ, ਜਿੱਥੇ ਉਹਨਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ कि मैं हेमकुंड पर्वत है जहाँ सप्त श्रृंग शोभत है तहाँ तय हम अधिक तपस्या साधी महाकाल काल का आराधी ਇਹ ਬਿਦ ਕਰਤ ਤਪੱਸਿਆ ਭਇਓ ਦੁਐਤੇ ਏਕ ਰੂਪ ਹੋਏ ਗਇਓ। ਇਹ ਗੁਰੂ ਸਾਹਿਬ ਜੀ ਦੀ ਆਤਮ ਕਥਾ। ਦੂਸਰਾ ਤੁਸੀਂ ਸਵਾਲ ਕੀਤਾ, ਦੂਸਰਾ ਕਿਹੜਾ ਸੀਗਾ? ਗੁਰੂ ਗ੍ਰੰਥ ਸਾਹਿਬ ਨਹੀਂ, ਚੌਪਈ ਸਾਹਿਬ ਵੀ। ਤੇ ਇਹ ਸਾਰੇ ਜਿਹੜੀ ਜਿਹੜਾ ਮੈਂ ਹੂੰ ਪਰਮ ਪੁਰਖ ਕੋ ਦਾਸਾ, ਇਹ ਦਸਮ ਪਾਤਸ਼ਾਹ ਦੀ ਵਿਚਾਰਧਾਰਾ ਵਾਲੀ ਬਾਣੀ ਜਿੰਨੇ ਵੀ ਹੈ ਦਸਮ ਗ੍ਰੰਥ 'ਚ ਮਿਲਦੀ ਹੈ। ਤੇ ਦਸਮ ਗ੍ਰੰਥ ਜਿਹੜਾ ਉਹਦੇ ਵਿੱਚ ਜਿਹੜੀ ਚੌਪਈ ਆ ਉਹ ਇੱਕ ਬਾਣੀ ਦੇ ਰੂਪ ਵਿੱਚ ਸਾਨੂੰ ਮਿਲਦੀ ਆ। ਉਹ ਉਨੀ ਚੌਪਈ, ਉਸ ਤਰ੍ਹਾਂ ਚੌਪਈ ਬਹੁਤ ਲੰਮੀ ਹੈ, ਪਰ ਜਿੰਨੀ ਕੁ ਬਾਣੀ ਆ ਉਹ ਸਾਨੂੰ ਗੁਟਕੇ ਜਿਹੜੇ ਸਾਡੇ ਲਈ ਛਪੇ ਨੇ 5 ਬਾਣੀਆਂ ਦੇ ਉਹਦੇ ਵਿੱਚ ਦਿੱਤੀ ਹੋਈ ਹੈ, ਰਹਿਰਾਸ ਸਾਹਿਬ ਦੇ ਵਿੱਚ ਦਿੱਤੀ ਹੋਈ ਹੈ। ਉਸ ਤਰ੍ਹਾਂ ਅਸੀਂ ਲੰਬੀ ਕਰਨ ਲਈ ਕਰਾਂਗੇ ਜਾਂ ਜਿੰਨੀ ਮਰਜ਼ੀ ਲੰਬੀ ਕਰਦੀ ਰਹੀਏ, ਜਿੰਨੇ ਮਰਜ਼ੀ ਦੋਹਰੇ ਵਿੱਚ ਪਾਉਂਦੇ ਜਾਈਏ, ਪਰ ਕੋਈ ਦੋਹਰਾ ਆ, ਕੋਈ ਅੜੇਲਿਆ, ਕੋਈ ਹੋਰ ਹੈ। ਪਰ ਚੌਪਈ ਜਿਹੜੀ ਆ ਉਹ ਜਿੰਨੀ ਕੁ ਹੈਗੀ ਆ ਉਹ ਬਾਣੀ ਉਨੀ ਕਿਹਾ। ਉਸ ਤੋਂ ਇਲਾਵਾ ਚੌਪਈ ਬਹੁਤ ਲੰਮੀ ਆ, ਤੋ ਸਾਨੂੰ ਇੰਨੀ ਕੁ ਪੜ੍ਹਨੀ ਚਾਹੀਦੀ ਜਿਹੜੀ ਅਸੀਂ ਰੋਜ਼ ਪੜ੍ਹਦੇ ਹਾਂ ਬਾਣੀ ਦੇ ਵਿੱਚ, ਰਹਿਰਾਸ ਸਾਹਿਬ ਦੇ ਵਿੱਚ ਜਾਂ 5 ਬਾਣੀਆਂ ਦੇ ਨਿਤਨੇਮ ਵਿੱਚ। ਦੇ ਵਿੱਚ ਨਹੀਂ ਗਾਏ, ਉਹ ਤ੍ਰਿਆ ਚਰਿੱਤਰ ਵਿੱਚ ਆਉਂਦਾ। ਤੇ ਇਸ ਚੌਪਈ ਦੀ ਬਾਣੀ ਨਹੀਂ ਗੀ, ਉਹ ਇਹਦਾ ਹਿੱਸਾ ਨਹੀਂ ਗਾ। ਦੂਸਰੀ ਦਸਮ ਗ੍ਰੰਥ ਬਾਰੇ ਬੀਬੀ ਜੀ ਅਸੀਂ ਇੰਨਾ ਕਹਿ ਸਕਦੇ ਹਾਂ ਕਿ ਅਸੀਂ ਅਲਪ ਮਾਤਿਆਂ, ਸਾਡੀ ਬੁੱਧੀ ਛੋਟੀ ਆ, ਅਸੀਂ ਇੰਨੇ ਸਮਰੱਥ ਨਹੀਂ ਕਿ ਅਸੀਂ ਆਪਣੇ ਆਪ ਨੂੰ ਭਾਈ ਮਨੀ ਸਿੰਘ ਜੀ ਤੋਂ ਉੱਚਾ ਜਾਂ ਵੱਡਾ ਜਾਂ ਸ਼ਹੀਦ ਸਮਝ ਸਕੀਏ। ਨਾ ਹੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਦੇ ਪਿਆਰ ਉਹਨਾਂ ਲੈ ਸਕੇ ਜਿੰਨਾ ਭਾਈ ਮਨੀ ਸਿੰਘ ਜੀ ਨੇ ਲਿਆ, ਬਾਬਾ ਦੀਪ ਸਿੰਘ ਨੇ ਲਿਆ। ਤੋ ਭਾਈ ਮਨੀ ਸਿੰਘ ਜੀ 5 ਸਾਲ ਦੇ ਸੀਗੇ ਜਦੋਂ ਉਹਨਾਂ ਦੇ ਪਿਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਉਹਨਾਂ ਨੂੰ ਚੜ੍ਹਾ ਦਿੱਤਾ ਸੀ। ਤੋ ਭਾਈ ਮਨੀ ਸਿੰਘ ਜੀ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਦਰ 'ਤੇ ਸੇਵਾਦਾਰ ਦੇ ਤੌਰ 'ਤੇ, ਦੀਵਾਨ ਦੇ ਤੌਰ 'ਤੇ ਉਹਨਾਂ ਨੇ ਸੇਵਾ ਨਿਭਾਈ, ਵਿਦਵਾਨ ਦੇ ਤੌਰ 'ਤੇ ਸੇਵਾ ਨਿਭਾਈ, ਔਰ ਯੋਧਿਆਂ ਦੇ ਤੌਰ 'ਤੇ ਵੀ। ਤਖਤ ਪੋਸਤੀ ਮਨੀ ਸਿੰਘ ਮਾਰਿਓ ਭੂਮ ਉਲਟਾਏ। ਇੱਕ ਜਦੋਂ ਬੀਬੀ ਪੰਜਾਬ ਕੌਰ ਨੇ ਸ਼ਿਕਾਇਤ ਕੀਤੀ ਨਾ ਕਿ ਨਿੰਦਾ ਗੁਰ ਦਸ਼ਮੇਸ਼ ਕੀ, 10ਵੇਂ ਪਾਤਸ਼ਾਹ ਜੀ ਤੁਹਾਡੀ ਨਿੰਦਾ ਕਰਦਾ ਹੈ ਗੁਰਬਖਸ਼ ਸਿੰਘ ਜਿਹੜਾ ਰਾਮ ਰਾਏ ਦੀ ਗੱਦੀ 'ਤੇ ਆਪੇ ਬੈਠ ਗਿਆ ਸੀ ਅਤੇ ਬੇਅਦਬੀ ਕਰਦਾ ਸੀ। ਤੋ ਨਿੰਦਾ ਗੁਰ ਦਸ਼ਮੇਸ਼ ਕੀ ਕਰੀ ਮੁਗਤ ਥੀ ਆਏ। ਕਿਸੇ ਉਹਨੂੰ ਮੂਰਖ ਲਿਖਿਆ ਕਿ ਮੂਰਖ ਨੇ ਆ ਕੇ ਨਿੰਦਾ ਕੀਤੀ। ਨਿੰਦਾ ਗੁਰ ਦਸ਼ਮੇਸ਼ ਕੀ ਕਰੀ ਮੁਗਤ ਥੀ ਆਏ, ਤਖਤ ਪੋਸ਼ ਥੀ ਮਨੀ ਸਿੰਘ ਮਾਰਿਓ ਭੂਮ ਉਲਟਾਏ। ਤੋ ਭਾਈ ਮਨੀ ਸਿੰਘ ਨੂੰ ਉਲਟਾ ਕੇ ਧਰਤੀ 'ਤੇ ਮਾਰਿਆ। ਉਹ ਐਡਾ ਯੋਧਾ ਵੀ ਸੀ। ਤੋ ਭਾਈ ਮਨੀ ਸਿੰਘ ਜੀ ਨੇ ਇਹ ਸਾਨੂੰ ਦਸਮ ਗ੍ਰੰਥ ਦੀ ਬਾਣੀ ਜਿਹੜੀ ਆ ਇਕੱਠੀ ਕਰਕੇ ਇੱਕ ਜਿਲਦ ਦੇ ਵਿੱਚ ਬਣਾ ਕੇ ਦਿੱਤੀ ਆ। ਤੇ ਇਤਿਹਾਸਕਾਰ ਲਿਖਦੇ ਨੇ ਕਿ ਅਬ ਜੋ ਗ੍ਰੰਥ ਦਸਮ ਗੁਰ ਕੇਰਾ ਕਹਿਲਾਵਤ ਮਦ ਪੰਥ ਅਛੇਰਾ, ਗੁਰ ਕੇ ਸਮੇਂ ਬੀੜ ਨਹੀਂ ਜਾਂ ਕੀ ਭਈ ਬਾਣੀਆਂ ਰਹੀ ਅਕਾਂਕੀ, ਅਨਕੇ ਠੌਰ ਪੋਥੀਆਂ ਮਾਹੇ। ਅਲੱਗ-ਅਲੱਗ ਥਾਵਾਂ 'ਤੇ ਪੋਥੀਆਂ ਦੇ ਵਿੱਚ ਇਹ ਬਾਣੀ ਸੀ, ਪਰ ਕੱਲਾ ਗ੍ਰੰਥ ਨਹੀਂ ਸੀ। ਤੋ ਬਲਕਿ ਇੱਕ ਬਿਰ ਸਿੰਘਨ ਬਖਿਆਤ ਗੁਰ ਡਿਗ ਬਿਨੇ ਕਰੀ ਇਮ ਭਾਂਤ, ਹੇ ਸਤਿਗੁਰ ਜੋ ਤੁਮਰੀ ਬਾਣੀ ਚਾਹੀਏ ਇੱਕ ਥਾਂ ਬੀੜ ਬਣਾਣੀ। ਗੁਰੂ ਗ੍ਰੰਥ ਸਾਹਿਬ ਸਮ ਗ੍ਰੰਥ ਇਹ ਵੀ ਬਣੇ ਮਾਨੇ ਹੈ ਪੰਥ। ਤੋ ਇਹ ਸੁਣ 10ਵੇਂ ਗੁਰੂ ਉਚਾਰੀ, ਗੁਰ ਅਰਜਨ ਬਟ ਭੈ ਉਪਕਾਰੀ, ਇਨਕੀ ਨਹੀਂ ਬਰਾਬਰੀ चाहिए, उनकी नहीं बराबरी चाहिए, ना हम करें ना तुम फिर कहिए। तो पढ़ते रहे पोथियां परते धार, वीर शतरण रण हरते। उदों तो पोथियां ते पाठ करते रहे सिख। गुरु दसम पातशाह ने इजाजत नहीं दी, इतिहास ये कहता। पर 1778 साल पंथ इकट्ठा भयो बसाल, निता प्रत तख्त अकाल अगाड़ी, लगे दीवान पंथ का भारी। एक समा आया जदों माता सुंदरी जी ने भाई मनी सिंह जी को दरबार साहब के ग्रंथी नियुक्त करके भेजा दरबार साहब।
तो उन्होंने उत्थे रोज़ अकाल तख्त के अगे दीवान लाने शुरू किए। तो गुरु साहब जी की बाणी की कथा नाल साखियाँ उन्होंने दसम पातशाह दियाँ सुनाउणियाँ, कथा सुनावे नित बधेरी। जदों ये सारा कुछ सुनते सी सिखां ने उन्होंने बहुत मजबूर किया कि तुसीं गुरु दसम पातशाह का ग्रंथ सानू बना के जिल्द के रूप में दिओ। तो एक दिन आ गया पंथ की मनी सिंह जी पाए, बाणी 10वें गुरु की एकत्र करी धर पाए। एक जिल्द में दीनी कर है जिसका भोग हकायत पर है। उन्होंने 1778 संमत ये ग्रंथ बनाया। हुण असीं भाई मनी सिंह जी तो ना ज़्यादा विद्वान आ, क्योंकि भाई मनी सिंह जी ने जिहड़ा ग्रंथ आ जिहड़ा दसम पातशाह ने लिखवाया वो भाई मनी सिंह जी ने लिखिया सी। तो भाई मनी सिंह जी ने एक भगत रत्नावली होर भी बड़ा साहित्य रचिया, उतारे बड़े कीते। पर भाई मनी सिंह जी ने जिहड़ी शहादत दिती वो बेमिसाल, बेखौफ हो के दसम पातशाह का पूरा ते सूरा सिख हो के बंद बंद कटवाए। एक जिहड़ी उन्होंने संगत बाणी गुरु गोबिंद सिंह जी की, गुरु तेग बहादुर साहब की, वो साडे चों किसी नूं नसीब नहीं हो सकती। तो असीं उन्हां दी किसी भी गल नूं कट्टीए तो सोच समझ के कट्टना चाहिए। फिर उस तो बाद ये जरूर उत्थे होया कि जदों ये एक जिल्द बनाई गई तो उदों कुछ विद्वानां ने कहा कि इहदे विच कवियां दी बाणी, जिहड़े 52 कवि हुंदे सी उन्हां दे विचों कवितावां ने उन्हां दियां दसम ग्रंथ चों पासे दूसरी पोथी च करनियां चाहिदियां। ये नहीं सी कहा कि इन्हां नूं पाड़ देना चाहिए, ये क्या 2 जिल्दां बननियां चाहिदियां। ये रौला जरूर उदों तो चलदा आ रहा। पर किसी ने कहा कि नहीं, ये भाई मनी सिंह जी ने सोच समझ के बनाया। किसी ने कहा कि जिहड़ा रहिंदा वो भी इच पाउणा चाहिए। किसी ने कहा कि 2 दिलता तो हो जाना चाहिए। ये रौला उदों तो शुरू होया। फिर उदों बाद शहादत हो गई। शहादत तो बाद फिर दूसर बीड़ दमदमे पई। फिर दूसरी बीड़ एक होर लिखी गई। दूसर बीड़ दमदमे पई दीप सिंह शहीद रचाई, वो बाबा दीप सिंह जी ने लिखी। बाबा दीप सिंह जी भी गुरु गोबिंद सिंह जी तो खंडे की पौल लैन वाले सिख, तो सूरमिਆਂ की तरह मैदान च लड़ के सीस तली ते रख के लड़न वाले वो प्रतापी सिख जिन्हां की मिसाल ही नहीं मिलती। तो उन्होंने भी उतारे किते, बीड़ां दे विद्वान वो भी बड़े सन। तो उन्हां तो ज़्यादा असीं नहीं जानते कि किहड़ी बाणी किस तरह, किहड़ी बाणी किस तरह। तो दूसर बीड़ दमदमे भई दीप सिंह शहीद रचाई, संमत 1804 मद करियो उन ये उपकार। 1804 समझ बाबा दीप सिंह जी ने दमदमा के मुकाम पर यह दूसरी बीड़ दा कापी बनाई। तो एक सुखा सिंह ग्रंथी और रची बीड़ पटने में गौर। वो एक सुखा सिंह ग्रंथी सी पटना साहब का, वो बड़ा विद्वान सी। तीसरी बीड़ उन्होंने लिख दी, अंक पली लो अंक प्रसंग उन्होंने आखे अपने ढंग भोग छकरियो। उन्होंने जिहड़ी भोग जिन्होंने समाप्ति हकायतां ते पाई सी, इन्हां ने छकियां ते पाई। तो इनू भी मानता मिली, बल्कि असली बीड़े नूं मनण लग गए लोग। तो ये तीन बीड़ा हुईयां। उस तो बाद चढ़त सिंह ताके पूत, पुनः चढ़त सिंह ताके पूत सुखा सिंह का पुत्र चढ़त सिंह होया। तो उन्हें भी एक बीड़ होर लिख दी, पर उन्हें 5 पत्रे अपने कोलों गुरु गोबिंद सिंह जी की लिखाई की नकल करके पाए, जिहड़े उदों तो ही लोगों ने अलग मन्ने। तो इस तरह का ये हिस्टरी आ दसम पातशाह की बीड़ की, दसम दाम बाणी की। तो सानू इहदा अपमान नहीं करना चाहिए। जदों असी गुरु गोबिंद सिंह जी की बाणी का निरादर करते हैं या असी उन्होंने मानता नहीं देंदे, तो एक तो साडी सिंह संस्कृति खत्म हो जाती। सिख पंथ की विचारधारा जिहड़ी सिख हिस्टरी, सिंह संस्कृति की हिस्टरी खत्म हो जाती। पंजां बाणियां का नितनेम खत्म हो जाता। साडी वाहिगुरू जी का खालसा वाहिगुरू जी की फतेह खत्म हो जाती। ये देग तेग दे नारे खत्म हो जाते। राज करेगा खालसा वाला नारा खत्म हो जाता। जिहड़ी असी रोज़ अरदास करते हैं, ये अरदास मुक जाती। तो इस करके सानू दसम पातशाह की बाणी का पूरा सम्मान करना चाहिए, क्योंकि सानू असी अंत विच साडी मत जिहड़ी आ अज भुल के कल नूं थां ते आ सकदी है। तो ये दसम ग्रंथ दे विच ये शब्द लिखिया क्योंकि असी अंत विच आ ते बाणी बेअंत दी है। तो बेअंत 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 को करंत पाठ पेखिए। बाणी का ज़्यादा अभ्यास करके इसकी जानकारी आप लै सकते हैं। ये बारे आप निर्णय नहीं कर सकते कि की आ की नहीं। पर जिहड़ी भी गल होवे जां जे विच कुछ सानू लगदा कि
ਐ ਹੋਣਾ ਚਾਹੀਦਾ, ਐ ਹੋਣਾ, ਬੜੇ ਸਨਮਾਨਯੋਗ ਢੰਗ ਨਾਲ ਹੋਣਾ ਚਾਹੀਦਾ।